ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਕੁਝ ਦਿਨ ਪਹਿਲਾਂ ਹੋਇਆ ਸੀ ਲਾਪਤਾ। ਕੈਨੇਡਾ ਨੇ ਤਿਆਰ ਕੀਤੀ ਵੈਕਸੀਨ ਜਲਦ ਮਿਲ ਸਕਦੀ ਹੈ ਮਨਜ਼ੂਰੀ। ਓਨਟਾਰੀਓ ਨੇ ਪਾਬੰਦੀਆਂ ਬਾਰੇ ਲਿਆ ਫੈਸਲਾ, ਅਜੇ ਨਹੀਂ ਮਿਲੇਗੀ ਓਨਟਾਰੀਓ ਵਾਸੀਆਂ ਨੂੰ ਰਾਹਤ। ਕੰਜ਼ਰਵੇਟਿਵ ਦੇ ਕਈ ਮੈਂਬਰ ਪਾਰਲੀਮੈਂਟ ਸੰਸਦ 'ਚੋਂ ਗੈਰ ਹਾਜ਼ਰ, ਓਟੂਲ ਨੇ ਕੁਝ ਦੱਸਣ ਤੋਂ ਕੀਤਾ ਇਨਕਾਰ। ਮੂਲ ਨਿਵਾਸੀ ਲੀਡਰਾਂ ਦਾ ਵੈਟੀਕਨ ਦੌਰਾ ਮੁਲਤਵੀ, ਕੋਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਲਿਆ ਫੈਸਲਾ। ਪਿਛਲੇ ਦਿਨੀ ਨਾਰਥ ਡੈਲਟਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਅਨਮੋਲ ਜਗਤ ਨਾਮ ਦਾ ਪੰਜਾਬੀ ਨੌਜਵਾਨ ਲਾਪਤਾ ਦੱਸਿਆ ਗਿਆ। ਹੁਣ ਇਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਵੀ ਦੁੱਖ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ, ਪਰ ਪੁਲਿਸ ਵੱਲੋਂ ਇਸ ਬਾਰੇ ਕੀ ਜਾਣਕਾਰੀ ਦਿੱਤੀ ਗਈ, ਜਾਣੋ ਇਸ ਖਬਰ ਰਾਹੀਂ। ਨਾਰਥ ਡੈਲਟਾ ਤੋਂ ਜਿਹੜਾ ਪੰਜਾਬੀ ਲਾਪਤਾ ਹੋਇਆ ਸੀ ਉਸ ਦੀ ਮੌਤ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਪੰਜਾਬੀ ਦਾ ਨਾਮ ਅਨਮੋਲ ਜਗਤ ਦੱਸਿਆ ਗਿਆ। ਇਸ ਬਾਰੇ ਡੈਲਟਾ ਪੁਲਿਸ ਡਿਪਾਰਟਮੈਂਟ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਮੁਤਾਬਕ ਅਨਮੋਲ ਜਗਤ ਦੇ ਰਿਮੇਨਸ 1 ਦਸੰਬਰ ਨੂੰ ਨਾਰਥ ਡੈਲਟਾ ਤੋਂ ਮਿਲੇ ਹਨ। ਪੁਲਿਸ ਵੱਲੋਂ ਜਗਤ ਦੀ ਮੌਤ ਨੂੰ ਸਸਪੀਸ਼ੀਅਸ ਨਹੀਂ ਮੰਨਿਆ ਜਾ ਰਿਹਾ। ਦੱਸੀਏ ਕਿ ਜਗਤ ਨੂੰ ਆਖਰੀ ਵਾਰ ਨਾਰਥ ਡੈਲਟਾ ਦੇ ਵਿੱਚ ਦੇਖਿਆ ਗਿਆ ਸੀ। ਐਤਵਾਰ ਵਾਲੇ ਦਿਨ ਉਹ 80 ਐਵੀਨਿਊ ਦੇ 114ਵੇਂ ਸਟਰੀਟ ਤੇ ਨਜ਼ਰ ਆਇਆ। ਜਗਤ 12:42 ਦੀ ਇੱਕ ਵੀਡੀਓ ਵਿੱਚ ਆਖਰੀ ਵਾਰ ਕੈਪਚਰ ਹੋਇਆ ਸੀ, ਜਿਸ ਨੂੰ 112A ਸਟਰੀਟ ਦੇ 8100 ਬਲਾਕ ਵਿੱਚ ਘੁੰਮਦੇ ਦੇਖਿਆ ਗਿਆ। ਹੁਣ ਪੁਲਿਸ ਵੱਲੋਂ ਜਗਤ ਦੇ ਗੁੰਮਸ਼ੁਦਾ ਹੋਣ ਦੇ ਪਿੱਛੇ ਫਾਲ ਪਲੇ ਨੂੰ ਕਾਰਨ ਨਹੀਂ ਮੰਨਿਆ ਜਾ ਰਿਹਾ। ਅਨਮੋਲ ਜਗਤ ਦੀ ਮੌਤ ਦੀ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਵੱਲੋਂ ਜੋ ਕੋਵਿਡ-19 ਵੈਕਸੀਨ ਤਿਆਰ ਕੀਤੀ ਗਈ, ਇਹ ਵੈਕਸੀਨ ਪਲਾਂਟ ਬੇਸਡ ਹੈ। ਇਸ ਬਾਰੇ ਹੁਣ ਕੰਪਨੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੰਪਨੀ ਨੂੰ ਪੂਰੀ ਉਮੀਦ ਹੈ ਕਿ ਜੋ ਟ੍ਰਾਇਲ ਦੇ ਨਤੀਜੇ ਸਾਹਮਣੇ ਆਏ ਨੇ ਉਸ ਤੋਂ ਬਾਅਦ ਹੈਲਥ ਕੈਨੇਡਾ ਜਲਦ ਹੀ ਇਸ ਵੈਕਸੀਨ ਨੂੰ ਮਨਜ਼ੂਰੀ ਦੇ ਦੇਵੇਗੀ। ਕੈਨੇਡਾ ਵੱਲੋਂ ਜੋ ਕੋਵਿਡ-19 ਵੈਕਸੀਨ ਤਿਆਰ ਕੀਤੀ ਗਈ ਉਸ ਦੇ ਟ੍ਰਾਇਲ ਦੇ ਨਤੀਜੇ ਸਾਹਮਣੇ ਆਏ ਹੈ। ਜੋ ਟ੍ਰਾਇਲ ਨਤੀਜੇ ਸਾਹਮਣੇ ਆਏ ਉਸ ਵਿੱਚ ਇਹ ਵੈਕਸੀਨ ਕਾਰਗਰ ਸਾਬਿਤ ਹੋਈ ਹੈ। ਜੀ ਹਾਂ, ਕੈਨੇਡਾ ਵੱਲੋਂ ਜੋ ਕੋਵਿਡ-19 ਵੈਕਸੀਨ ਤਿਆਰ ਕੀਤੀ ਜਾ ਰਹੀ ਹੈ ਉਸ ਦਾ ਕਲੀਨਿਕਲ ਟ੍ਰਾਇਲ ਕਰਵਾਇਆ ਗਿਆ। ਇਸ ਕਲੀਨਿਕਲ ਟ੍ਰਾਇਲ ਦੇ ਤੀਸਰੇ ਪੜਾਅ ਦੌਰਾਨ ਇਸ ਵੈਕਸੀਨ ਦੇ ਨਤੀਜੇ ਚੰਗੇ ਰਹੇ। ਹੁਣ ਫਾਰਮਾਸਿਊਟੀਕਲ ਕੰਪਨੀ ਨੂੰ ਉਮੀਦ ਹੈ ਕਿ ਜਲਦ ਹੈਲਥ ਕੈਨੇਡਾ ਵੱਲੋਂ ਉਨ੍ਹਾਂ ਦੀ ਵੈਕਸੀਨ ਨੂੰ ਮਨਜ਼ੂਰ ਕਰ ਦਿੱਤਾ ਜਾਵੇਗਾ। ਦੱਸੀਏ ਕਿ ਇਹ ਕੋਰੋਨਾ ਖਿਲਾਫ ਵੈਕਸੀਨ ਕਿਊਬਿਕ ਦੀ ਬਾਇਓ ਫਾਰਮਾਸਿਊਟੀਕਲ ਕੰਪਨੀ ਮੈਡੀਕਾਗੋ ਅਤੇ ਬ੍ਰਿਟਿਸ਼ ਅਮਰੀਕੀ ਕੰਪਨੀ GSK ਨੇ ਮਿਲ ਕੇ ਇੱਕ ਵੈਕਸੀਨ ਤਿਆਰ ਕੀਤੀ ਹੈ। ਹੁਣ ਇਸ ਸੰਬੰਧੀ ਹੈਲਥ ਕੈਨੇਡਾ ਨੂੰ ਅਰਜ਼ੀ ਭੇਜੀ ਜਾਵੇਗੀ ਤਾਂ ਕਿ ਡਾਟਾ ਰਿਵਿਊ ਕਰਨ ਤੋਂ ਬਾਅਦ ਇਸ ਵੈਕਸੀਨ ਨੂੰ ਵੀ ਕੈਨੇਡਾ ਵਿੱਚ ਮਨਜ਼ੂਰੀ ਮਿਲ ਸਕੇ। ਕੰਪਨੀ ਵੱਲੋਂ ਨਿਊਜ਼ ਰਿਲੀਜ਼ ਦੇ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜੋ ਇਸ ਵੈਕਸੀਨ ਦਾ ਟ੍ਰਾਇਲ ਕਰਵਾਇਆ ਗਿਆ ਉਸ ਦੇ ਨਤੀਜੇ ਕਿਸ ਤਰ੍ਹਾਂ ਰਹੇ। ਟ੍ਰਾਇਲ ਦੌਰਾਨ ਵੈਕਸੀਨ ਕੋਵਿਡ ਦੇ ਸਾਰੇ ਵੇਰੀਐਂਟ ਖਿਲਾਫ 71% ਪ੍ਰਭਾਵਸ਼ਾਲੀ ਸਾਬਿਤ ਹੋਈ ਹੈ। ਇਸ ਦੇ ਇਲਾਵਾ ਡੈਲਟਾ ਵੇਰੀਐਂਟ ਖਿਲਾਫ ਵੀ ਇਹ ਵੈਕਸੀਨ 75% ਤੱਕ ਇਫੈਕਟਿਵ ਪਾਈ ਗਈ। ਦੱਸ ਦਈਏ ਕਿ ਇਸ ਵੈਕਸੀਨ ਦੇ ਟ੍ਰਾਇਲ ਦੀ ਸ਼ੁਰੂਆਤ ਮਾਰਚ ਮਹੀਨੇ ਕੀਤੀ ਗਈ ਸੀ ਤੇ ਹੁਣ ਇਸ ਦੇ ਤੀਸਰੇ ਪੜਾਅ ਦਾ ਟ੍ਰਾਇਲ ਕਰਵਾਇਆ ਗਿਆ। ਉਹਦੇ ਦੂਜੇ ਪਾਸੇ ਜਦੋਂ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਤਾਂ ਉਸ ਤੋਂ ਪਹਿਲਾਂ ਹੀ ਇਸ ਦਾ ਕਲੀਨਿਕਲ ਟ੍ਰਾਇਲ ਯਾਨੀ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਮੁਕੰਮਲ ਹੋ ਚੁੱਕਿਆ ਸੀ। ਹੁਣ ਇਸ ਦੌਰਾਨ ਮੈਡੀਕੋ ਦੇ ਮੈਡੀਕਲ ਆਫੀਸਰ ਦਾ ਕਹਿਣਾ ਹੈ ਕਿ ਜੇਕਰ ਹੈਲਥ ਕੈਨੇਡਾ ਵੱਲੋਂ ਇਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਫਿਰ ਇਹ ਮਨਜ਼ੂਰ ਹੋਣ ਵਾਲੀ ਪਹਿਲੀ ਪਲਾਂਟ ਆਧਾਰਿਤ ਵੈਕਸੀਨ ਹੋਵੇਗੀ। ਦੱਸ ਦਈਏ ਕਿ ਮੈਡੀਕੋ ਕੰਪਨੀ ਵੱਲੋਂ ਇਸ ਵਿੱਚ ਪਲਾਂਟ ਆਧਾਰਿਤ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ। ਜੋ ਇਸ ਵੈਕਸੀਨ ਵੱਲੋਂ ਟ੍ਰਾਇਲ ਕਰਵਾਇਆ ਗਿਆ ਉਸ ਦੇ ਤੀਸਰੇ ਫੇਜ਼ ਦੌਰਾਨ ਕੋਈ ਵੀ ਗੰਭੀਰ ਸਮੱਸਿਆ ਨਿਕਲ ਕੇ ਸਾਹਮਣੇ ਨਹੀਂ ਆਈ। ਜੀ ਹਾਂ, ਜਿਨ੍ਹਾਂ ਦੇ ਉੱਪਰ ਇਹ ਟ੍ਰਾਇਲ ਕਰਵਾਇਆ ਗਿਆ ਉਸ ਦੇ ਉੱਪਰ ਨਤੀਜੇ ਕਾਰਗਰ ਸਾਬਿਤ ਹੋਏ ਨੇ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਕੈਨੇਡਾ ਵਿੱਚ ਇਸ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਵੇ, ਜਿਸ ਦਾ ਡਾਟਾ ਜਲਦ ਹੀ ਹੈਲਥ ਕੈਨੇਡਾ ਨੂੰ ਭੇਜ ਦਿੱਤਾ ਜਾਵੇਗਾ। ਓਨਟਾਰੀਓ ਵੱਲੋਂ ਕਈ ਥਾਵਾਂ ਤੇ ਜਿੱਥੇ ਪ੍ਰੂਫ ਆਫ ਵੈਕਸੀਨੇਸ਼ਨ ਰਿਕੁਆਇਰਡ ਹੈ, ਇਨ੍ਹਾਂ ਥਾਵਾਂ ਤੋਂ ਕੈਪੈਸਿਟੀ ਲਿਮਿਟ ਨੂੰ ਹਟਾਇਆ ਜਾਣਾ ਸੀ, ਪਰ ਪਿਛਲੇ ਦਿਨੀ ਓਨਟਾਰੀਓ ਸਰਕਾਰ ਵੱਲੋਂ ਐਲਾਨ ਕਰਦਿਆਂ ਇਸ ਉੱਪਰ ਕੁਝ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ। ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਓਨਟਾਰੀਓ ਵਾਸੀਆਂ ਨੂੰ ਜਲਦ ਪਾਬੰਦੀਆਂ ਤੋਂ ਰਾਹਤ ਨਹੀਂ ਮਿਲੇਗੀ, ਜਿਸ ਦਾ ਮਤਲਬ ਹੈ ਕਿ ਜੋ ਪੌਜ਼ ਲਗਾਇਆ ਗਿਆ ਸੀ ਇਸ ਨੂੰ ਅੱਗੇ ਹੋਰ ਕੁਝ ਸਮੇਂ ਲਈ ਵਧਾ ਦਿੱਤਾ ਗਿਆ ਹੈ। ਇਹ ਫੈਸਲਾ ਜੋ ਇਸ ਸਮੇਂ ਕੋਰੋਨਾ ਵਾਇਰਸ ਦਾ ਨਵਾਂ ਰੂਪ ਨਿਕਲ ਕੇ ਸਾਹਮਣੇ ਆਇਆ ਉਸ ਤੋਂ ਬਾਅਦ ਲਿਆ ਗਿਆ। ਓਨਟਾਰੀਓ ਵੱਲੋਂ ਜੋ ਆਪਣੇ ਰੀਓਪਨਿੰਗ ਪਲਾਨ ਤੇ ਕੁਝ ਸਮੇਂ ਲਈ ਰੋਕ ਲਗਾਈ ਗਈ ਸੀ, ਇਸ ਰੋਕ ਨੂੰ ਹੁਣ ਅੱਗੇ ਵਧਾਇਆ ਗਿਆ ਹੈ। ਜੀ ਹਾਂ, ਓਨਟਾਰੀਓ ਵਿੱਚ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਪਾਬੰਦੀਆਂ ਵਿੱਚ ਜੋ ਢਿੱਲ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਸੀ ਉਸ ਦੇ ਪੌਜ਼ ਨੂੰ ਹੁਣ ਅੱਗੇ ਵਧਾ ਦਿੱਤਾ ਗਿਆ। ਦੱਸ ਦਈਏ ਕਿ 15 ਨਵੰਬਰ ਤੋਂ ਓਨਟਾਰੀਓ ਦੀਆਂ ਕਈ ਥਾਵਾਂ ਤੇ ਕੈਪੈਸਿਟੀ ਲਿਮਿਟ ਨੂੰ ਹਟਾਇਆ ਜਾਣਾ ਸੀ। ਇਹ ਉਹ ਹਾਈ ਰਿਸਕ ਸੈਟਿੰਗਸ ਹਨ ਜਿੱਥੇ ਪ੍ਰੂਫ ਆਫ ਵੈਕਸੀਨੇਸ਼ਨ ਮੰਗਿਆ ਜਾਂਦਾ ਹੈ, ਪਰ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਓਨਟਾਰੀਓ ਵੱਲੋਂ ਇਸ ਉੱਪਰ 28 ਦਿਨਾਂ ਲਈ ਪੌਜ਼ ਲਗਾਉਣ ਦਾ ਐਲਾਨ ਕੀਤਾ ਗਿਆ।
ਇਸ ਬਾਰੇ ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਇਸ ਪੌਜ਼ ਨੂੰ ਅੱਗੇ ਤੱਕ ਵਧਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਰਹੇ ਹਨ ਉਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਜਾ ਰਿਹਾ ਹੈ। ਫਿਲਹਾਲ ਇਸ ਬਾਰੇ ਕੋਈ ਵੀ ਡਾਟਾ ਸਾਂਝਾ ਨਹੀਂ ਕੀਤਾ ਗਿਆ। The science tables modeling released today has shown us that cases continue to rise even without the Omicron variant factored in. And while hospitalization and ICU admissions are currently stable, they too will grow. While we expected to see increases as we entered the winter months, the emergence of Omicron serves as a stark reminder of just how quickly things can change and how we must always keep our guard up. We still do not know very much about this new variant. We are still learning about its transmissibility, its severity, and impact on vaccine effectiveness. And while there are many unknowns, what we do know is that the basic public health measures are effective against COVID-19 and the Delta variant, and will also be effective against Omicron. As we enter the holiday season, I'm encouraging all Ontarians to avoid large crowds, practice physical distancing, wear your mask and wear it properly, wash your hands frequently, stay home when you're sick, and get vaccinated. If you have not yet received the vaccine, please do so as soon as possible. If you're eligible for a booster dose, please book your appointment and provide yourself with an extra layer of protection. Achieving the highest vaccination rates remains our best defense against COVID-19. So, let's increase that community immunity as high as we can before the holidays start. ਕੈਨੇਡਾ ਵਿੱਚ ਪਾਰਲੀਮੈਂਟ ਦੀ ਮੁੜ ਤੋਂ ਸ਼ੁਰੂਆਤ ਹੋਈ ਹੈ, ਪਰ ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ 4 ਮੈਂਬਰ ਪਾਰਲੀਮੈਂਟ ਗੈਰ ਮੌਜੂਦ ਹਨ। ਹੁਣ ਇਹਨਾਂ ਦੀ ਗੈਰ ਮੌਜੂਦਗੀ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਨੂੰ ਕਈ ਸਵਾਲ ਪੁੱਛੇ ਜਾ ਰਹੇ ਨੇ, ਪਰ ਉਹ ਇਸ ਦੇ ਉੱਪਰ ਖਾਮੋਸ਼ ਨੇ, ਜਿਨ੍ਹਾਂ ਵੱਲੋਂ ਕਾਰਨ ਨਹੀਂ ਦੱਸਿਆ ਜਾ ਰਿਹਾ। ਦੱਸ ਦਈਏ ਕਿ ਪਾਰਲੀਮੈਂਟ ਦੀ ਮੁੜ ਤੋਂ ਸ਼ੁਰੂਆਤ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਵੀ ਮੈਂਬਰ ਪਾਰਲੀਮੈਂਟ ਸ਼ਾਮਿਲ ਹੋਣਗੇ ਉਹਨਾਂ ਵਾਸਤੇ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੈ। ਕੈਨੇਡਾ ਦੀ ਪਾਰਲੀਮੈਂਟ ਵਿੱਚ ਕੰਜ਼ਰਵੇਟਿਵ ਪਾਰਟੀ ਦੇ 4 ਐਮਪੀਜ਼ ਦੀ ਗੈਰ ਮੌਜੂਦਗੀ ਦੌਰਾਨ ਕੰਜ਼ਰਵੇਟਿਵ ਪਾਰਟੀ ਲੀਡਰ ਐਰੀਨੋ ਟੂਲ ਨੂੰ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ। ਐਰੀਨੋ ਟੂਲ ਨੂੰ ਸਵਾਲ ਕੀਤੇ ਜਾ ਰਹੇ ਨੇ, ਜਿਸ ਵਿੱਚ ਪੁੱਛਿਆ ਜਾ ਰਿਹਾ ਹੈ ਕਿ ਇਹ ਐਮਪੀਜ਼ ਪਾਰਲੀਮੈਂਟ ਵਿੱਚ ਗੈਰ ਮੌਜੂਦ ਕਿਉਂ ਹਨ। ਹੁਣ ਓਟੂਲ ਵੱਲੋਂ ਇਹਨਾਂ तमाम ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਉਹਨਾਂ ਵੱਲੋਂ ਇਹ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਇਹ ਐਮਪੀ ਪਾਰਲੀਮੈਂਟ ਵਿੱਚ ਮੌਜੂਦ ਕਿਉਂ ਨਹੀਂ ਨੇ। ਦੱਸ ਦਈਏ ਕਿ ਕੈਨੇਡਾ ਦੀ ਪਾਰਲੀਮੈਂਟ ਮੁੜ ਸ਼ੁਰੂ ਹੋਣ ਤੋਂ ਬਾਅਦ तमाम ਮੈਂਬਰ ਪਾਰਲੀਮੈਂਟ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਗਿਆ ਹੈ। 26 ਨਵੰਬਰ ਨੂੰ ਲਿਬਰਲਸ ਅਤੇ ਨਿਊ ਡੈਮੋਕ੍ਰੇਟਸ ਵੱਲੋਂ ਹਾਈਬ੍ਰਿਡ ਸੈਟਿੰਗਸ ਦੇ ਪੱਖ ਵਿੱਚ ਵੋਟ ਕੀਤੀ ਗਈ, ਜਦਕਿ ਕੰਜ਼ਰਵੇਟਿਵ ਪਾਰਟੀ ਇਸ ਦੇ ਖਿਲਾਫ ਸੀ। ਇਸ ਮੋਸ਼ਨ ਦੇ ਮੁਤਾਬਕ ਜਿਹੜੇ ਵੀ ਪਾਰਲੀਮੈਂਟ ਵਿੱਚ ਮੌਜੂਦ ਹੋਣਗੇ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਲੱਗੀਆਂ ਹੋਣ। ਸਿਰਫ ਉਹਨਾਂ ਮੈਂਬਰ ਪਾਰਲੀਮੈਂਟਸ ਨੂੰ ਹੀ ਰਾਹਤ ਦਿੱਤੀ ਜਾਵੇਗੀ ਜਿਹੜੇ ਕਿਸੇ ਮੈਡੀਕਲ ਕਾਰਨ ਕਰਕੇ ਟੀਕਾ ਨਹੀਂ ਲਗਵਾ ਸਕਦੇ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ 4 ਐਮਪੀ ਅਜਿਹੇ ਹਨ ਜਿਹੜੇ ਪਾਰਲੀਮੈਂਟ ਵਿੱਚ ਮੌਜੂਦ ਨਹੀਂ ਹੋਏ। ਜਦੋਂ ਓਟੂਲ ਨੂੰ ਇਹਨਾਂ ਮੈਂਬਰ ਪਾਰਲੀਮੈਂਟ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਰਿਪੋਰਟਰਸ ਨੂੰ ਕਿਹਾ ਕਿ ਇਹਨਾਂ ਮੈਂਬਰ ਪਾਰਲੀਮੈਂਟਸ ਤੋਂ ਖੁਦ ਹੀ ਜਾਣ ਲਿਆ ਜਾਵੇ। ਉਹਦੇ ਜਾਣਕਾਰੀ ਲਈ ਦੱਸ ਦਈਏ ਕਿ ਜਦੋਂ ਸ਼ੁਰੂਆਤ ਹੋਈ ਸੀ ਤਾਂ ਕੰਜ਼ਰਵੇਟਿਵ ਪਾਰਟੀ ਦੇ ਇਹਨਾਂ ਗੈਰ ਮੌਜੂਦ ਮੈਂਬਰਾਂ ਵਿੱਚੋਂ 2 ਕਹਿ ਰਹੇ ਸਨ ਕਿ ਉਹ ਮੈਡੀਕਲ ਕਾਰਨ ਦੇ ਕਰਕੇ ਕੋਵਿਡ-19 ਟੀਕਾ ਨਹੀਂ ਲਗਵਾ ਸਕਦੇ। ਇਸ ਦੌਰਾਨ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਆਪਣਾ ਵੈਕਸੀਨੇਸ਼ਨ ਸਟੇਟਸ ਦੱਸਣ ਤੋਂ ਵੀ ਮਨਾ ਕੀਤਾ ਗਿਆ। ਹੁਣ ਜੋ ਸਵਾਲ ਓਟੂਲ ਨੂੰ ਪੁੱਛਿਆ ਜਾ ਰਿਹਾ ਹੈ ਇਸ ਦਾ ਜਵਾਬ ਤਾਂ ਉਹਨਾਂ ਨਹੀਂ ਦਿੱਤਾ, ਪਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਕਹਿਣਾ ਹੈ ਕਿ ਗੈਰ ਮੌਜੂਦ ਮੈਂਬਰ ਪਾਰਲੀਮੈਂਟ ਤੋਂ ਖੁਦ ਹੀ ਇਸ ਦਾ ਜਵਾਬ ਲੈ ਲਿਆ ਜਾਵੇ। ਮੂਲ ਨਿਵਾਸੀ ਲੀਡਰਾਂ ਵੱਲੋਂ ਵੈਟੀਕਨ ਵਿੱਚ ਜੋ ਦੌਰਾ ਕੀਤਾ ਜਾਣਾ ਸੀ ਇਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ। ਇਹ ਫੈਸਲਾ ਇਸ ਕਰਕੇ ਲਿਆ ਗਿਆ ਕਿਉਂਕਿ ਜੋ ਕੋਰੋਨਾ ਵਾਇਰਸ ਦਾ ਨਵਾਂ ਰੂਪ ਨਿਕਲ ਕੇ ਸਾਹਮਣੇ ਆਇਆ ਉਸ ਤੋਂ ਬਾਅਦ ਹੁਣ ਚਿੰਤਾ ਵਧਦੀ ਹੋਈ ਦਿਖਾਈ ਦੇ ਰਹੀ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਦੌਰੇ ਨੂੰ ਹੁਣ ਮੁਲਤਵੀ ਕੀਤਾ ਜਾ ਰਿਹਾ ਹੈ। ਪੈਂਡੇਮਿਕ ਦਾ ਅਸਰ ਮੂਲ ਨਿਵਾਸੀ ਲੀਡਰਸ ਵੱਲੋਂ ਜੋ ਵੈਟੀਕਨ ਦੌਰਾ ਕੀਤਾ ਜਾਣਾ ਸੀ ਉਸ ਦੇ ਉੱਪਰ ਵੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਜੀ ਹਾਂ, ਇਹਨਾਂ ਇੰਡੀਜੀਨਸ ਕਮਿਊਨਿਟੀ ਦੇ ਲੀਡਰਸ ਦਾ ਵੈਟੀਕਨ ਦੌਰਾ ਹੁਣ ਮੁਲਤਵੀ ਕਰ ਦਿੱਤਾ ਗਿਆ। ਇਸ ਬਾਰੇ ਅਸੈਂਬਲੀ ਆਫ ਫਰਸਟ ਨੇਸ਼ਨ ਦੀ ਨੈਸ਼ਨਲ ਚੀਫ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜੋ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਲੀਡਰਸ ਵੱਲੋਂ ਜੋ ਵੈਟੀਕਨ ਦਾ ਦੌਰਾ ਕੀਤਾ ਜਾਣਾ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪਰ ਦੂਜੇ ਪਾਸੇ ਕਈ ਸੋਰਸਸ ਤੋਂ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਜੇ ਇਸ ਉੱਪਰ ਅੰਤਿਮ ਫੈਸਲਾ ਆਉਣਾ ਬਾਕੀ ਹੈ।
ਦੱਸ ਦਈਏ ਕਿ ਲੀਡਰਸ ਦਾ ਇੱਕ ਗਰੁੱਪ 17 ਤੋਂ 20 ਦਸੰਬਰ ਦੌਰਾਨ ਵੈਟੀਕਨ ਵਿੱਚ ਜਾਣਾ ਸੀ, ਜਿੱਥੇ ਉਹਨਾਂ ਵੱਲੋਂ ਨਿੱਜੀ ਬੈਠਕਾਂ ਕੀਤੀਆਂ ਜਾਣੀਆਂ ਸਨ ਤਾਂ ਕਿ ਪੌਪ ਦੇ ਕੈਨੇਡਾ ਦੌਰੇ ਵਾਸਤੇ ਆਧਾਰ ਤਿਆਰ ਕੀਤਾ ਜਾ ਸਕੇ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅਸੈਂਬਲੀ ਆਫ ਫਰਸਟ ਨੇਸ਼ਨ ਦੀ ਚੀਫ ਦਾ ਕਹਿਣਾ ਹੈ ਕਿ ਜਿਹੜੇ ਡੈਲੀਗੇਟਸ ਨੇ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਜਾ ਰਿਹਾ ਹੈ। ਉਹ ਨਹੀਂ ਚਾਹੁੰਦੇ ਕਿ ਕਿਸੇ ਦੀ ਵੀ ਸਿਹਤ ਨੂੰ ਖਤਰੇ ਵਿੱਚ ਪਾਇਆ ਜਾਵੇ। ਨਿਊਯਾਰਕ ਤੋਂ ਵੈਕਸੀਨ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਕਈ ਪਬਲਿਕ ਸੈਕਟਰਸ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਜਾਵੇਗਾ। ਇੱਥੇ ਕਰਮਚਾਰੀਆਂ ਲਈ ਹੁਣ ਕੋਰੋਨਾ ਟੀਕਾ ਹਾਸਲ ਕਰਨਾ ਜ਼ਰੂਰੀ ਹੋਵੇਗਾ, ਜਿਸ ਬਾਰੇ ਨਿਊਯਾਰਕ ਸਿਟੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਨਿਊਯਾਰਕ ਵੱਲੋਂ ਵੈਕਸੀਨ ਨਾਲ ਸੰਬੰਧਿਤ ਹੁਣ ਇੱਕ ਨਵਾਂ ਕਦਮ ਚੁੱਕਿਆ ਜਾ ਰਿਹਾ ਹੈ। ਨਿਊਯਾਰਕ ਵੱਲੋਂ ਹੁਣ ਪ੍ਰਾਈਵੇਟ ਸੈਕਟਰ ਬਿਜ਼ਨਸ ਦੇ ਵਾਸਤੇ ਕੋਵਿਡ-19 ਵੈਕਸੀਨ ਲਾਜ਼ਮੀ ਕੀਤੀ ਜਾਵੇਗੀ। ਇਸ ਬਾਰੇ ਨਿਊਯਾਰਕ ਸਿਟੀ ਵੱਲੋਂ ਐਲਾਨ ਕਰਦਿਆਂ ਦੱਸਿਆ ਗਿਆ ਕਿ ਸਾਰੇ ਪ੍ਰਾਈਵੇਟ ਸੈਕਟਰ EMPLOYERS ਵਾਸਤੇ ਹੁਣ ਕੋਵਿਡ-19 ਵੈਕਸੀਨ ਹਾਸਲ ਕਰਨੀ ਜ਼ਰੂਰੀ ਹੋਵੇਗੀ। ਇੱਥੇ ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਨੇ ਉਹਨਾਂ ਵਾਸਤੇ ਵੀ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਐਲਾਨ ਉਸ ਤੋਂ ਬਾਅਦ ਸਾਹਮਣੇ ਆਇਆ ਜਦੋਂ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਪੁਸ਼ਟੀ ਹੋਈ ਹੈ। ਅਮਰੀਕਾ ਦੇ ਕਈ ਸੂਬਿਆਂ ਵਿੱਚ ਇਸ ਨਵੇਂ ਕੋਰੋਨਾ ਵਾਇਰਸ ਦਾ ਫੈਲਾਅ ਦੇਖਣ ਨੂੰ ਮਿਲ ਰਿਹਾ ਹੈ। ਅਲੱਗ-ਅਲੱਗ ਸੂਬਿਆਂ ਤੋਂ ਇਸ ਨਾਲ ਸੰਬੰਧਿਤ ਮਾਮਲੇ ਦਰਜ ਕੀਤੇ ਗਏ ਨੇ। ਇਸ ਤੋਂ ਇਲਾਵਾ ਸ਼ਹਿਰ ਦਾ ਕਹਿਣਾ ਹੈ ਕਿ ਜਿਹੜੇ ਬੱਚਿਆਂ ਦੀ ਉਮਰ 5 ਸਾਲ ਤੋਂ 11 ਸਾਲ ਦੇ ਵਿਚਕਾਰ ਹੈ, ਉਹਨਾਂ ਵਾਸਤੇ ਵੀ ਜ਼ਰੂਰੀ ਹੈ ਕਿ ਉਹ ਜਲਦ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕਰਨ। ਜਾਣਕਾਰੀ ਮੁਤਾਬਕ ਇਹਨਾਂ ਬੱਚਿਆਂ ਵਾਸਤੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ 14 ਦਸੰਬਰ ਤੋਂ ਪਹਿਲਾਂ ਲੈਣੀ ਜ਼ਰੂਰੀ ਹੋਵੇਗੀ। ਅਜਿਹਾ ਸ਼ਹਿਰ ਵਿੱਚ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ 5 ਸਾਲ ਤੋਂ 11 ਸਾਲ ਦੇ ਬੱਚੇ ਕਈ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਣ। ਇਹ ਕਿ ਲਗਾਤਾਰ ਵੱਖ-ਵੱਖ ਮਾਹਰ ਵੀ ਇੱਕੋ ਗੱਲ ਦੇ ਉੱਪਰ ਜ਼ੋਰ ਦਿੰਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਕੋਰੋਨਾ ਵਾਇਰਸ ਦੇ ਖਿਲਾਫ ਸਭ ਤੋਂ ਵੱਡਾ ਹਥਿਆਰ ਵੈਕਸੀਨ ਹੈ ਤੇ ਜਿਹੜੇ ਵੀ ਐਲੀਜੀਬਲ ਹਨ ਉਹ ਜਲਦ ਤੋਂ ਜਲਦ ਕੋਵਿਡ-19 ਵੈਕਸੀਨ ਹਾਸਲ ਕਰਨ। ਇਸ ਤੋਂ ਇਲਾਵਾ ਇੱਥੋਂ ਸ਼ਹਿਰ ਤੋਂ ਕਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। We announced this morning that a case from Minnesota was directly tied to the city of New York for individuals who participated in a convention at the Javits Center between November 18th and the 22nd. That individual has already recovered from their symptoms. They tested positive but are already feeling well, and it was a very minor case. And that's something I want to put an exclamation point on. While this may be highly transmissible, at least from the early evidence, and again, more information is still forthcoming, we want people to know that the early cases that have arisen are not life-threatening. They seem to be minor cases. UK ਦੀ ਇੱਕ ਸਟੱਡੀ ਸਾਹਮਣੇ ਆ ਰਹੀ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਵਿਡ-19 ਵੈਕਸੀਨ ਦੇ 2 ਅਲੱਗ-ਅਲੱਗ ਸ਼ਾਟ ਲਗਾਏ ਜਾਂਦੇ ਨੇ ਤਾਂ ਇਸ ਨਾਲ ਜ਼ਿਆਦਾ ਇਮਿਊਨਿਟੀ ਬਣਦੀ ਹੈ। ਕਿਹੜੇ ਵੈਕਸੀਨ ਦਾ ਜ਼ਿਕਰ ਕੀਤਾ ਗਿਆ ਹੈ, ਕਿਹੜੀ ਪਹਿਲੀ ਸ਼ਾਟ ਲਗਾਉਣੀ ਚਾਹੀਦੀ ਹੈ ਤੇ ਕਿਹੜੀ ਦੂਸਰੀ ਸ਼ਾਟ ਜੋ ਇਸ ਸਟੱਡੀ ਵਿੱਚ ਦੱਸਿਆ ਜਾ ਰਿਹਾ ਹੈ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। UK ਦੀ ਇੱਕ ਵੈਕਸੀਨ ਬਾਰੇ ਸਟੱਡੀ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਫਾਈਜ਼ਰ ਅਤੇ ਐਸਟ੍ਰਾਜੈਨੇਕਾ ਵੈਕਸੀਨ ਸ਼ਾਟਸ ਨੂੰ ਮੋਡਰਨਾ ਨਾਲ ਮਿਲਾ ਕੇ ਲਗਾਉਣ ਤੋਂ ਬਾਅਦ ਜ਼ਿਆਦਾ ਇਮਿਊਨਿਟੀ ਬਣਦੀ ਹੈ। ਇੱਕ ਬ੍ਰਿਟਿਸ਼ ਸਟੱਡੀ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਚੱਲਿਆ ਕਿ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ, ਫਾਈਜ਼ਰ ਅਤੇ ਬਾਅਦ ਦੇ ਵਿੱਚ ਮੋਡਰਨਾ ਵੈਕਸੀਨ ਹਾਸਲ ਕੀਤੀ ਗਈ ਹੈ, ਉਹਨਾਂ ਦਾ ਇਮਿਊਨ ਸਿਸਟਮ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਬਿਹਤਰ ਹੈ। ਹੁਣ ਜੋ ਵੈਕਸੀਨ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਇਸ ਦੇ ਨਾਲ ਜਿਹੜੇ ਕੁਝ ਦੇਸ਼ ਨੇ ਇਹ ਕੋਵਿਡ-19 ਵੈਕਸੀਨ ਮਿਲਾ ਕੇ ਵੀ ਲਗਾ ਸਕਣਗੇ। ਬਹੁਤ ਸਾਰੇ ਦੇਸ਼ਾਂ ਵਿੱਚ ਵੈਕਸੀਨ ਦੀ ਕਮੀ ਨਜ਼ਰ ਆ ਰਹੀ ਹੈ, ਪਰ ਹੁਣ ਜਿਹੜੇ ਦੇਸ਼ਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਸਾਹਮਣੇ ਆ ਰਹੀ ਹੈ ਉਹ ਕੋਵਿਡ-19 ਵੈਕਸੀਨ ਮਿਕਸ ਕਰਕੇ ਵੀ ਲਗਾ ਸਕਣਗੇ, ਕਿਉਂਕਿ ਜੋ ਇਸ ਬਾਰੇ ਨਤੀਜੇ ਸਾਹਮਣੇ ਆਏ ਉਹ ਚੰਗੇ ਹਨ। ਖਾਸ ਤੌਰ ਦੇ ਉੱਪਰ ਵੈਕਸੀਨ ਨਾਲ ਸੰਬੰਧਿਤ ਇਹ ਸਟੱਡੀ ਕੁਝ ਲੋ ਅਤੇ ਮਿਡਲ ਇਨਕਮ ਕੰਟਰੀਜ਼ ਵਾਸਤੇ ਬਿਹਤਰ ਸਾਬਿਤ ਹੋਵੇਗੀ, ਜਿੱਥੇ 2 ਵੈਕਸੀਨ ਮਿਲਾ ਕੇ ਲਗਾਈ ਜਾ ਸਕੇਗੀ। ਜਾਣਕਾਰੀ ਮੁਤਾਬਕ ਜੇਕਰ ਐਸਟ੍ਰਾਜੈਨੇਕਾ ਦੀ ਪਹਿਲੀ ਡੋਜ਼ ਦੇ ਬਾਅਦ ਦੇ ਵਿੱਚ ਮੋਡਰਨਾ ਟੀਕਾ ਲਗਾਇਆ ਜਾਂਦਾ ਹੈ ਤੇ ਇਸ ਨਾਲ ਜ਼ਿਆਦਾ ਇਮਿਊਨਿਟੀ ਬਣਦੀ ਹੈ। ਦੱਸ ਦਈਏ ਕਿ ਵੈਕਸੀਨ ਨਾਲ ਜੁੜੀ ਜੋ ਇਹ ਸਟੱਡੀ ਕਰਵਾਈ ਗਈ, ਇਸ ਵਿੱਚ 1070 ਵੋਲੰਟੀਅਰਸ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਉੱਪਰ ਵੈਕਸੀਨ ਨੂੰ ਪਰਖਿਆ ਗਿਆ ਹੈ ਤੇ ਹੁਣ ਨਤੀਜੇ ਜੋ ਸਾਹਮਣੇ ਆਏ ਉਹਨਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਵੈਕਸੀਨ ਮਿਕਸ ਕਰਕੇ ਲਗਾਉਣ ਨਾਲ ਜ਼ਿਆਦਾ ਇਮਿਊਨਿਟੀ ਬਣਦੀ ਹੈ। ਇਸ ਤੋਂ ਇਲਾਵਾ ਇਸ ਟ੍ਰਾਇਲ ਦੌਰਾਨ ਕਿਸੇ ਦੇ ਉੱਪਰ ਵੀ ਗਲਤ ਪ੍ਰਭਾਵ ਨਜ਼ਰ ਨਹੀਂ ਆਏ। ਕਿਊਬੈਕ ਤੋਂ ਪਾਬੰਦੀਆਂ ਵਿੱਚ ਰਾਹਤ ਦੇਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕਿਊਬੈਕ ਦੇ ਸਿਹਤ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਵੈਕਸੀਨੇਟਡ ਨੇ ਹੁਣ ਉਹ ਪ੍ਰਾਈਵੇਟ ਗੈਦਰਿੰਗ ਕਰ ਸਕਣਗੇ। ਜਿਹੜੇ ਵੈਕਸੀਨੇਟਡ ਹਨ 20 ਦੇ ਕਰੀਬ ਲੋਕਾਂ ਨੂੰ ਪ੍ਰਾਈਵੇਟ ਗੈਦਰਿੰਗ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕਿਸ ਤਾਰੀਖ ਤੋਂ ਇਹ ਸ਼ੁਰੂਆਤ ਹੋਣ ਜਾ ਰਹੀ ਹੈ, ਜਾਣੋ ਇਸ ਖਬਰ ਰਾਹੀਂ। ਕਿਊਬੈਕ ਵੱਲੋਂ ਪਾਬੰਦੀਆਂ ਸੰਬੰਧੀ ਤਾਜ਼ਾ ਐਲਾਨ ਕੀਤਾ ਗਿਆ, ਜਿਸ ਮੁਤਾਬਕ 23 ਦਸੰਬਰ ਤੋਂ ਜਿਹੜੇ ਵੈਕਸੀਨੇਟਡ ਹਨ ਉਹ 20 ਦੇ ਕਰੀਬ ਲੋਕ ਇਕੱਠ ਕਰ ਸਕਣਗੇ, ਜਿਸ ਦਾ ਮਤਲਬ ਹੈ ਕਿ ਕਿਊਬੈਕ ਵੱਲੋਂ ਜੋ ਪ੍ਰਾਈਵੇਟ ਗੈਦਰਿੰਗਸ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਉਸ ਵਿੱਚ ਰਾਹਤ ਦਿੱਤੀ ਜਾ ਰਹੀ ਹੈ, ਪਰ ਇਹ ਰਾਹਤ ਵੈਕਸੀਨੇਟਡ ਨੂੰ ਹੀ ਦਿੱਤੀ ਜਾ ਰਹੀ ਹੈ।
ਇਸ ਬਾਰੇ ਕਿਊਬਿਕ ਦੇ ਸਿਹਤ ਮੰਤਰੀ ਵੱਲੋਂ ਐਲਾਨ ਕਰਦਿਆਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਪਰ ਦੂਜੇ ਪਾਸੇ ਉਨ੍ਹਾਂ ਵੱਲੋਂ ਮੌਜੂਦਾ ਸਥਿਤੀ ਨੂੰ ਦੇਖਦਿਆਂ ਇਹ ਵੀ ਕਿਹਾ ਗਿਆ ਹੈ ਕਿ ਆਪਣਾ ਖਿਆਲ ਖੁਦ ਰੱਖਿਆ ਜਾਵੇ ਤੇ ਹੈਲਥ ਮੈਸ਼ਰਸ ਦੀ ਪਾਲਣਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਿਊਬਿਕ ਤੋਂ 1000 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ। ਹੁਣ ਤੱਕ ਇਸ ਸੂਬੇ ਵਿੱਚ 4,57,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਰਿਕਵਰਡ ਕੇਸਿਸ ਦੀ ਗਿਣਤੀ 4,34,900 ਤੋਂ ਵੱਧ ਹੈ। ਇੱਥੇ ਜੋ ਐਕਟਿਵ ਕੇਸਿਸ ਨੇ ਉਹਨਾਂ ਦੀ ਗਿਣਤੀ 10,000 ਤੋਂ ਵੱਧ ਦੱਸੀ ਜਾ ਰਹੀ ਹੈ। ਦੂਜੇ ਪਾਸੇ ਸੂਬੇ ਵਿੱਚ ਜ਼ਿਆਦਾਤਰ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਵੀ ਹਾਸਲ ਕਰ ਲਈ ਗਈ ਹੈ, ਜੋ ਕਿ ਇੱਕ ਚੰਗੀ ਖਬਰ ਹੈ। ਇੱਥੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ, ਉਹਨਾਂ ਦੀ ਗਿਣਤੀ 82.2% ਦੇ ਕਰੀਬ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੂਸਟਰ ਸ਼ਾਟ ਦੇ ਬਾਰੇ ਵੀ ਸਿਹਤ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਊਬਿਕ ਵੱਲੋਂ ਤੀਸਰੀ ਡੋਜ਼ ਵਾਸਤੇ ਅਵੇਲੇਬਿਲਿਟੀ ਨੂੰ ਐਕਸਪੈਂਡ ਕੀਤਾ ਜਾਵੇਗਾ, ਜੋ ਕਿ ਹੈਲਥ ਕੇਅਰ ਵਰਕਰਸ ਅਤੇ ਜਿਨ੍ਹਾਂ ਨੂੰ ਜ਼ਿਆਦਾ ਗੰਭੀਰ ਬਿਮਾਰੀਆਂ ਨੇ ਉਹਨਾਂ ਵਾਸਤੇ ਹੋਵੇਗਾ। ਜਨਵਰੀ ਮਹੀਨੇ ਤੋਂ ਜਿਨ੍ਹਾਂ ਦੀ ਉਮਰ 60 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਉਹ ਬੂਸਟਰ ਸ਼ਾਟ ਵਾਸਤੇ ਐਲੀਜੀਬਲ ਹੋਣਗੇ। ਹੁਣ ਜ਼ਰੂਰੀ ਹੈ ਕਿ ਜਿਹੜੇ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਜਾਣੀ ਕਿ ਬੂਸਟਰ ਸ਼ਾਟ ਲਗਵਾਉਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਦੂਸਰਾ ਸ਼ਾਟ 6 ਮਹੀਨੇ ਪਹਿਲਾਂ ਲੱਗਾ ਹੋਣਾ ਚਾਹੀਦਾ ਹੈ। ਓਨਟਾਰੀਓ ਸਰਕਾਰ ਵੱਲੋਂ ਪੇਡ ਸਿਕ ਲੀਵ ਡੇਜ਼ ਬਾਰੇ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਮੁਤਾਬਕ ਜੋ ਸਰਕਾਰ ਵੱਲੋਂ ਬੈਨੀਫਿਟ ਲਿਆਂਦਾ ਗਿਆ ਸੀ, ਇਸ ਨੂੰ ਹੁਣ ਅੱਗੇ ਵਧਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਓਨਟਾਰੀਓ ਸਰਕਾਰ ਵੱਲੋਂ ਸਤੰਬਰ ਮਹੀਨੇ ਐਲਾਨ ਕੀਤਾ ਗਿਆ ਸੀ ਕਿ ਬੈਨੀਫਿਟ ਨੂੰ ਦਸੰਬਰ ਤੱਕ ਵਧਾਇਆ ਜਾ ਰਿਹਾ ਹੈ। ਕੋਵਿਡ ਪੇਡ ਸਿਕ ਲੀਵ ਡੇ ਪ੍ਰੋਗਰਾਮ ਤਹਿਤ ਓਨਟਾਰੀਓ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਵਿੱਚ ਵਾਧਾ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪ੍ਰੀਮੀਅਰ ਡਗਫੋਰਡ ਦੀ ਸਰਕਾਰ ਵੱਲੋਂ ਕੋਵਿਡ ਸਿਕ ਡੇ ਪ੍ਰੋਗਰਾਮ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਪ੍ਰੋਗਰਾਮ ਦੀ ਮਿਆਦ ਦਸੰਬਰ ਮਹੀਨੇ ਵਿੱਚ ਖਤਮ ਹੋ ਰਹੀ ਸੀ। ਜੋ ਸੋਰਸਸ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਮੁਤਾਬਕ ਇਹਨਾਂ ਬੈਨੀਫਿਟਸ ਨੂੰ 31 ਜੁਲਾਈ 2022 ਤੱਕ ਵਧਾਇਆ ਜਾ ਸਕਦਾ ਹੈ। ਜੋ ਪ੍ਰੋਗਰਾਮ ਓਨਟਾਰੀਓ ਸਰਕਾਰ ਵੱਲੋਂ ਲਿਆਂਦਾ ਗਿਆ ਸੀ, ਇਸ ਤਹਿਤ 3 ਛੁੱਟੀਆਂ ਕੋਈ ਵੀ ਕਰਮਚਾਰੀ ਹਾਸਲ ਕਰ ਸਕਦਾ ਸੀ। ਇਸ ਪ੍ਰੋਗਰਾਮ ਤਹਿਤ ਜਿਹੜੇ ਵਰਕਰਸ ਹਨ, ਉਹਨਾਂ ਨੂੰ ਪੈਂਡੈਮਿਕ ਨਾਲ ਸੰਬੰਧਿਤ ਕਈ ਕਾਰਨਾਂ ਵਾਸਤੇ 3 ਦਿਨਾਂ ਦੀ ਬਿਨਾਂ ਤਨਖਾਹ ਕੱਟੇ ਛੁੱਟੀ ਦਿੱਤੀ ਜਾਂਦੀ ਸੀ। ਵਰਕਰਸ ਨੂੰ ਇਹ ਛੁੱਟੀ ਕੋਵਿਡ ਵੈਕਸੀਨੇਸ਼ਨ ਲਗਵਾਉਣ, ਕੋਵਿਡ ਦੇ ਸਿੰਪਟਮਸ ਹੋਣ ਜਾਂ ਫਿਰ ਜਦੋਂ ਕੋਈ ਪਰਿਵਾਰ ਵਿੱਚ ਬਿਮਾਰ ਹੁੰਦਾ ਹੈ, ਉਸ ਦੀ ਦੇਖਭਾਲ ਕਰਨ ਵਾਸਤੇ ਦਿੱਤੀ ਜਾਂਦੀ ਸੀ। ਓਨਟਾਰੀਓ ਵਿੱਚ ਜੋ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਆਈ ਸੀ, ਉਸ ਦੌਰਾਨ ਸਰਕਾਰ ਵੱਲੋਂ ਇਹ ਪ੍ਰੋਗਰਾਮ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਸਤੰਬਰ 2021 ਵਿੱਚ ਖਤਮ ਹੋਣ ਵਾਲਾ ਸੀ, ਪਰ ਬਾਅਦ ਦੇ ਵਿੱਚ ਸੂਬਾ ਸਰਕਾਰ ਵੱਲੋਂ ਇਸ ਨੂੰ ਦਸੰਬਰ ਮਹੀਨੇ ਤੱਕ ਵਧਾ ਦਿੱਤਾ ਗਿਆ ਤੇ ਹੁਣ ਵੀ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਨੂੰ ਅੱਗੇ ਹੋਰ ਵਧਾਇਆ ਜਾ ਸਕਦਾ ਹੈ। ਇਸ ਬਾਰੇ ਲੇਬਰ ਮਿਨਿਸਟਰੀ ਵੱਲੋਂ ਜੋ ਅੰਕੜਾ ਜਾਰੀ ਕੀਤਾ ਗਿਆ, ਉਸ ਮੁਤਾਬਕ ਇੰਪਲਾਇਰਸ ਵੱਲੋਂ 2,35,000 ਵਰਕਰਸ ਦੇ ਕਲੇਮ ਦਰਜ ਕੀਤੇ ਗਏ ਹਨ। ਓਨਟਾਰੀਓ ਸਰਕਾਰ ਵੱਲੋਂ ਇਸ ਪ੍ਰੋਗਰਾਮ ਤਹਿਤ $80 ਮਿਲੀਅਨ ਤੋਂ ਵੱਧ ਤਨਖਾਹ ਦਿੱਤੀ ਜਾ ਚੁੱਕੀ ਹੈ। ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਫ੍ਰੀਲੈਂਡ ਨੂੰ ਇੱਕ ਵੱਡਾ ਮਾਣ ਹਾਸਲ ਹੋਇਆ ਹੈ। ਫੋਰਬਸ ਵੱਲੋਂ ਜੋ ਮਜ਼ਬੂਤ ਔਰਤਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਇਸ ਲਿਸਟ ਵਿੱਚ ਫ੍ਰੀਲੈਂਡ ਦਾ ਨਾਮ ਵੀ ਸਾਹਮਣੇ ਆਇਆ ਹੈ। ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਇਸ ਸੂਚੀ ਵਿੱਚ ਦੂਸਰੇ ਨੰਬਰ ਤੇ ਨਾਮ ਦਰਜ ਕੀਤਾ ਗਿਆ। ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਫ੍ਰੀਲੈਂਡ ਦਾ ਨਾਮ ਮਜ਼ਬੂਤ ਔਰਤਾਂ ਦੀ ਸੂਚੀ ਵਿੱਚ ਆਇਆ ਹੈ। ਜੀ ਹਾਂ, ਫੋਰਬਸ ਦੀ 100 ਪਾਵਰਫੁਲ ਔਮਨ ਲਿਸਟ ਵਿੱਚ ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਦਾ ਨਾਮ ਸ਼ਾਮਿਲ ਹੈ। ਇਸ ਸੂਚੀ ਵਿੱਚ ਫ੍ਰੀਲੈਂਡ 97ਵੇਂ ਸਥਾਨ ਤੇ ਹੈ। ਫੋਰਬਸ ਵੱਲੋਂ 2021 ਦੀਆਂ ਮਜ਼ਬੂਤ ਔਰਤਾਂ ਦੀ ਜੋ ਸੂਚੀ ਜਾਰੀ ਕੀਤੀ ਗਈ, ਉਸੇ ਦੇ ਮੁਤਾਬਕ ਫ੍ਰੀਲੈਂਡ ਦੇ ਨਾਮ ਬਾਰੇ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਹੁਣ ਜੋ ਫੋਰਬਸ ਵੱਲੋਂ 2021 ਦੀ ਲਿਸਟ ਜਾਰੀ ਕੀਤੀ ਗਈ, ਉਹਨਾਂ ਵਿੱਚ ਸ਼ਾਮਿਲ ਕੈਨੇਡੀਅਨਸ ਵਿੱਚੋਂ ਇੱਕ ਨਾਮ ਫ੍ਰੀਲੈਂਡ ਦਾ ਵੀ ਹੈ। ਇਸ ਲਿਸਟ ਵਿੱਚ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਨਾਮ ਦੂਸਰੇ ਨੰਬਰ ਤੇ ਆਇਆ ਹੈ। ਇਸ ਤੋਂ ਇਲਾਵਾ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਉਰਸੁਲਾ ਦਾ ਨਾਮ 8ਵੇਂ ਨੰਬਰ ਦੇ ਉੱਪਰ ਦਰਜ ਕੀਤਾ ਗਿਆ। ਯੂਐਸ ਹਾਊਸ ਸਪੀਕਰ ਨੈਂਸੀ 15ਵੇਂ ਨੰਬਰ ਦੇ ਉੱਪਰ ਹੈ ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਨਾਮ 34ਵੇਂ ਨੰਬਰ ਦੇ ਉੱਪਰ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕੁਈਨ ਐਲਿਜ਼ਾਬੈਥ 70ਵੇਂ ਨੰਬਰ ਦੇ ਉੱਪਰ ਹੈ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਇਸ ਲਿਸਟ ਵਿੱਚ ਟੇਲਰ ਸਵਿਫਟ ਦਾ ਵੀ ਨਾਮ ਸਾਹਮਣੇ ਆਇਆ, ਜਿਨ੍ਹਾਂ ਨੂੰ 78ਵਾਂ ਰੈਂਕ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਹੁਣ ਚਿੰਤਾ ਵਧਦੀ ਹੋਈ ਦਿਖਾਈ ਦੇ ਰਹੀ ਹੈ। ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਤੋਂ ਬਾਅਦ ਕਈ ਲੋਕ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ। ਇੱਕ ਪੋਲ ਸਾਹਮਣੇ ਆਇਆ ਜਿਸ ਵਿੱਚ ਜ਼ਿਆਦਾ ਕੈਨੇਡੀਅਨਸ ਇਹ ਚਾਹੁੰਦੇ ਨੇ ਕਿ ਬਾਰਡਰ ਨੂੰ ਬੰਦ ਕੀਤਾ ਜਾਵੇ ਅਤੇ ਹੋਰ ਵੀ ਜਿਹੜੀਆਂ ਯਾਤਰਾ ਸੰਬੰਧੀ ਪਾਬੰਦੀਆਂ ਨੇ ਉਹ ਲਗਾ ਦਿੱਤੀਆਂ ਜਾਣ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਹੁਣ ਆਮ ਲੋਕਾਂ ਵਿੱਚ ਵੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ।
इस बारे एक ताज़ा पोल सामने आया जिस ਦੇ ਮੁਤਾਬਕ ਜ਼ਿਆਦਾਤਰ ਕੈਨੇਡੀਅਨਸ ਯਾਤਰਾ ਸੰਬੰਧੀ ਸਖਤ ਪਾਬੰਦੀਆਂ ਦੇ ਹੱਕ ਵਿੱਚ ਹਨ। 5 ਵਿੱਚੋਂ 4 ਰਿਸਪੋਂਡੈਂਟਸ ਅਜਿਹੇ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਯਾਤਰਾ ਸੰਬੰਧੀ ਸਖਤੀ ਕੀਤੀ ਜਾਣੀ ਹੈ। ਦਰਅਸਲ ਲੈਜਰ ਐਂਡ ਦ ਐਸੋਸੀਏਸ਼ਨ ਵੱਲੋਂ ਕੈਨੇਡੀਅਨ ਸਟੱਡੀਜ਼ ਵਾਸਤੇ ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਪਤਾ ਚੱਲਿਆ ਕਿ ਕਿੰਨੇ ਲੋਕ ਚਾਹੁੰਦੇ ਨੇ ਕਿ ਬਾਰਡਰ ਜਾਂ ਫਿਰ 에ਅਰ ਰਾਹੀਂ ਆਉਣ ਵਾਲੇ ਯਾਤਰੀਆਂ ਤੇ ਸਖਤੀਆਂ ਕੀਤੀਆਂ ਜਾਣ। ਇਸ ਪੋਲ ਵਿੱਚ 1547 ਕੈਨੇਡੀਅਨਸ ਨੂੰ ਸ਼ਾਮਿਲ ਕੀਤਾ ਗਿਆ ਤੇ ਇਹ 3 ਦਸੰਬਰ ਤੋਂ 5 ਦਸੰਬਰ ਦੇ ਦਰਮਿਆਨ ਕਰਵਾਇਆ ਗਿਆ। ਇਸ ਪੋਲ ਤਹਿਤ 44% ਕੈਨੇਡੀਅਨਸ ਇਹ ਮੰਨਦੇ ਹਨ ਕਿ ਓਮਿਕਰੌਨ ਦਾ ਮੌਜੂਦਾ ਸਥਿਤੀ ਉੱਪਰ ਪ੍ਰਭਾਵ ਪੈਣਾ ਹੈ ਜਿਸ ਦਾ ਮਤਲਬ ਹੈ ਕਿ ਇਸ ਨਾਲ ਕਰੋਨਾ ਦੇ ਮਾਮਲੇ ਵੱਧ ਦਰਜ ਕੀਤੇ ਜਾਣਗੇ। ਇਸੇ ਪੋਲ ਦੇ ਮੁਤਾਬਕ 88% ਕੈਨੇਡੀਅਨਸ ਦਾ ਮੰਨਣਾ ਹੈ ਕਿ ਮੁੜ ਤੋਂ ਸਖਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤੇ ਟੈਂਪਰੇਰੀ ਲਾਕਡਾਊਨ ਵੀ ਕੈਨੇਡਾ ਵਿੱਚ ਲਗਾਇਆ ਜਾ ਸਕਦਾ ਹੈ ਤਾਂ ਕਿ ਇਸ ਵੇਰੀਐਂਟ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਜ਼ਿਆਦਾਤਰ ਰਿਸਪੋਂਡੈਂਟਸ ਇਸ ਪੱਖ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਬਾਰਡਰ ਬੰਦ ਕਰਨ ਵਾਸਤੇ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਕੈਨੇਡੀਅਨਸ ਬੂਸਟਰ ਸ਼ਾਟ ਦੇ ਪੱਖ ਦੇ ਵਿੱਚ ਵੀ ਨਜ਼ਰ ਆ ਰਹੇ ਹਨ। ਕੋਰੋਨਾ ਵਾਇਰਸ ਦਾ ਜੋ ਨਵਾਂ ਰੂਪ ਸਾਹਮਣੇ ਆਇਆ ਇਸ ਬਾਰੇ ਅਫਰੀਕੀ ਡਾਕਟਰ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਿੰਪਟਮਸ ਇਸ ਵੇਰੀਐਂਟ ਦੌਰਾਨ ਤੇ ਜਿਹੜੇ ਡੈਲਟਾ ਵੇਰੀਐਂਟ ਦੌਰਾਨ ਸਾਹਮਣੇ ਆਉਂਦੇ ਨੇ ਉਹ ਬਿਲਕੁਲ ਹੀ ਇੱਕ ਦੂਸਰੇ ਤੋਂ ਵੱਖਰੇ ਹਨ। ਕਿਹੜੇ ਸਿੰਪਟਮਸ ਦਾ ਜ਼ਿਕਰ ਕੀਤਾ ਗਿਆ ਤੇ ਇਸ ਵੇਰੀਐਂਟ ਬਾਰੇ ਉਹ ਕੀ ਕਹਿੰਦੇ ਹੋਏ ਦਿਖਾਈ ਦਿੱਤੇ ਨੇ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਕੋਰੋਨਾ ਵਾਇਰਸ ਦਾ ਜੋ ਨਵਾਂ ਰੂਪ ਸਾਹਮਣੇ ਆਇਆ ਉਸ ਤੋਂ ਬਾਅਦ ਲਗਾਤਾਰ ਇਸ ਨਾਲ ਸੰਬੰਧਿਤ ਕਈ ਵਿਚਾਰ ਸਾਹਮਣੇ ਆ ਰਹੇ ਹਨ। ਇਸ ਬਾਰੇ ਸਾਊਥ ਅਫਰੀਕਨ ਡਾਕਟਰਾਂ ਦਾ ਕਹਿਣਾ ਹੈ ਕਿ ਓਮਿਕਰੌਨ ਦੇ ਸਿਸਟਮ ਡੈਲਟਾ ਕੋਵਿਡ-19 ਵੇਰੀਐਂਟ ਤੋਂ ਬਿਲਕੁਲ ਵੱਖ ਨੇ। ਓਮਿਕਰੌਨ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਜਿਨ੍ਹਾਂ ਬਾਰੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਜੋ ਇੱਕ ਜਾਣਕਾਰੀ ਸਾਹਮਣੇ ਆਈ ਸੀ ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਓਮਿਕਰੌਨ ਵੇਰੀਐਂਟ ਡੈਲਟਾ ਦੇ ਮੁਕਾਬਲੇ ਘੱਟ ਖਤਰਨਾਕ ਹੈ ਪਰ ਫਿਰ ਵੀ ਇਸ ਤੋਂ ਬਚਾਅ ਕਰਨ ਦੀ ਜ਼ਰੂਰਤ ਹੈ। ਸਾਊਥ ਅਫਰੀਕਾ ਦੇ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਿਹੜੇ ਓਮਿਕਰੌਨ ਵੇਰੀਐਂਟ ਨਾਲ ਗ੍ਰਸਤ ਨੇ ਉਹਨਾਂ ਦੀ ਤੁਲਨਾ ਜੇਕਰ ਡੈਲਟਾ ਪੋਜ਼ਿਟਿਵ ਪਾਏ ਜਾਣ ਵਾਲਿਆਂ ਨਾਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਬਹੁਤ ਫਰਕ ਹੈ। ਡਾਕਟਰ ਮੁਤਾਬਕ ਇਹ ਵੇਰੀਐਂਟ ਡੈਲਟਾ ਨਾਲੋਂ ਬਿਲਕੁਲ ਵੱਖ ਹੈ ਕਿਉਂਕਿ ਹੁਣ ਤੱਕ ਇਸ ਵੇਰੀਐਂਟ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਕੋਰੋਨਾ ਵਾਇਰਸ ਦੇ ਵਾਂਗ ਇਸ ਵੇਰੀਐਂਟ ਨਾਲ ਜੇਕਰ ਕੋਈ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਟੇਸਟ ਅਤੇ ਸਮੈਲ ਨਹੀਂ ਜਾਂਦਾ। ਡਾਕਟਰਾਂ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਜ਼ਿਆਦਾਤਰ ਕੋਲਡ ਅਤੇ ਫਲੂ ਵਰਗਾ ਹੁੰਦਾ ਹੈ। ਜਿਸ ਤਰ੍ਹਾਂ ਦੇ ਲੱਛਣ ਕੋਲਡ ਅਤੇ ਫਲੂ ਵਿੱਚ ਹੁੰਦੇ ਨੇ ਉਸੇ ਤਰ੍ਹਾਂ ਦੇ ਸਿੰਪਟਮ ਓਮਿਕਰੌਨ ਪੋਜ਼ਿਟਿਵ ਦੇ ਵਿੱਚ ਨਜ਼ਰ ਆਉਂਦੇ ਨੇ। ਇਸ ਵੇਰੀਐਂਟ ਨਾਲ ਪੋਜ਼ਿਟਿਵ ਹੋਣ ਵਾਲੇ ਨੂੰ ਜ਼ਿਆਦਾ ਖੰਘ ਨਹੀਂ ਆਉਂਦੀ ਤੇ ਨਾ ਹੀ ਉਹਨਾਂ ਦਾ ਰਨੀ ਜਾਂ ਫਿਰ ਬਲੌਕਡ ਨੱਕ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਡੈਲਟਾ ਦੇ ਮੁਕਾਬਲੇ ਜੇਕਰ ਕੋਈ ਇਸ ਵੇਰੀਐਂਟ ਨਾਲ ਪੋਜ਼ਿਟਿਵ ਹੁੰਦਾ ਹੈ ਤਾਂ ਉਸ ਨੂੰ ਜ਼ਿਆਦਾ ਗੰਭੀਰ ਸਿੰਪਟਮਸ ਨਹੀਂ ਨਜ਼ਰ ਆਉਂਦੇ। ਇਹ ਵੇਰੀਐਂਟ ਡੈਲਟਾ ਦੇ ਮੁਕਾਬਲੇ ਘੱਟ ਖਤਰਨਾਕ ਹੈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੀ ਇੱਥੇ ਸਥਿਤੀ ਹੈ ਤੇ ਸੂਬਿਆਂ ਤੋਂ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 900 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਬੀਤੇ 24 ਘੰਟਿਆਂ ਦੌਰਾਨ ਇੱਥੇ 928 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 9 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਹੁਣ ਤੱਕ ਸੂਬੇ ਵਿੱਚ ਕੁੱਲ 6,25,312 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਉਹਨਾਂ ਵਿੱਚ 424 ਅਨਵੈਕਸੀਨੇਟਡ, 26 ਪਾਰਸ਼ਲੀ ਵੈਕਸੀਨੇਟਡ ਤੇ 401 ਫੁੱਲੀ ਵੈਕਸੀਨੇਟਡ ਹਨ। ਇਨ੍ਹਾਂ 24 ਘੰਟਿਆਂ ਦੌਰਾਨ ਟੋਰਾਂਟੋ ਤੋਂ 163, ਯਾਰਕਟਨ ਤੋਂ 85, ਸਡਬਰੀ ਤੋਂ 58, ਵਿੰਡਸਰ ਐਸੈਕਸ ਤੋਂ 51, ਹੈਮਿਲਟਨ ਤੋਂ 50 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜੋ ਮੌਤਾਂ ਬੀਤੇ 24 ਘੰਟੇ ਦੌਰਾਨ ਹੋਈਆਂ ਉਹਨਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ ਮੌਤਾਂ ਦਾ ਅੰਕੜਾ 10,036 ਉੱਪਰ ਪਹੁੰਚ ਗਿਆ। ਇੱਥੇ ਵੈਕਸੀਨੇਸ਼ਨ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 87.4% ਦੀ ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ ਤੇ 90.1% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਕੀਤੀ ਗਈ। ਇੱਥੇ ਰਿਕਵਰਡ ਕੇਸਿਸ ਦੀ ਗਿਣਤੀ 6,06,797 ਦੇ ਕਰੀਬ ਹੈ ਤੇ ਐਕਟਿਵ ਕੇਸਿਸ ਦਾ ਅੰਕੜਾ 8,479 ਦੇ ਉੱਪਰ ਪਹੁੰਚ ਗਿਆ। ਕਿਊਬੈਕ ਤੋਂ ਇੱਕ ਵਾਰ ਫਿਰ ਤੋਂ 1,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਇਨ੍ਹਾਂ 24 ਘੰਟਿਆਂ ਦੌਰਾਨ 1,234 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਤੇ 5 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਸੂਬੇ ਵਿੱਚ ਹੁਣ ਤੱਕ ਕੁੱਲ 4,57,059 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,594 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਇੱਥੇ ਹਸਪਤਾਲ ਵਿੱਚ 235 ਮਰੀਜ਼ ਨੇ ਜਿਨ੍ਹਾਂ ਵਿੱਚੋਂ 58 ਇੰਟੈਂਸਿਵ ਕੇਅਰ ਅਧੀਨ ਦੱਸੇ ਗਏ। ਇੱਥੇ ਜ਼ਿਆਦਾਤਰ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ। ਜਾਣਕਾਰੀ ਮੁਤਾਬਕ 86% ਦੀ ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਤੇ 81% ਦੀ ਆਬਾਦੀ ਉਹ ਹੈ ਜੋ ਇਸ ਸਮੇਂ ਪ੍ਰੋਵਿੰਸ ਵਿੱਚ ਫੁੱਲੀ ਵੈਕਸੀਨੇਟਡ ਹੈ।
ਕੈਨੇਡਾ ਵਿੱਚ ਹੁਣ ਤੱਕ ਕੁੱਲ 1.8 ਮਿਲੀਅਨ ਤੋਂ ਵੱਧ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,821 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇੱਥੇ ਐਕਟਿਵ ਕੇਸਿਸ ਦੀ ਗਿਣਤੀ 29,555 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 29,058 ਮਾਈਲਡ ਕੰਡੀਸ਼ਨ ਅਤੇ 497 ਸੀਰੀਅਸ ਕੰਡੀਸ਼ਨ ਵਿੱਚ ਨੇ। ਇਸ ਦੇ ਨਾਲ ਹੀ ਰਿਕਵਰਡ ਕੇਸਿਸ ਦਾ ਅੰਕੜਾ 1.7 ਮਿਲੀਅਨ ਤੋਂ ਵੱਧ ਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਕੁਝ ਦਿਨ ਪਹਿਲਾਂ ਹੋਇਆ ਸੀ ਲਾਪਤਾ। ਕੈਨੇਡਾ ਨੇ ਤਿਆਰ ਕੀਤੀ ਵੈਕਸੀਨ ਜਲਦ ਮਿਲ ਸਕਦੀ ਹੈ ਮਨਜ਼ੂਰੀ। ਓਨਟਾਰੀਓ ਨੇ ਪਾਬੰਦੀਆਂ ਬਾਰੇ ਲਿਆ ਫੈਸਲਾ, ਅਜੇ ਨਹੀਂ ਮਿਲੇਗੀ ਓਨਟਾਰੀਓ ਵਾਸੀਆਂ ਨੂੰ ਰਾਹਤ। ਕੰਜ਼ਰਵੇਟਿਵ ਦੇ ਕਈ ਮੈਂਬਰ ਪਾਰਲੀਮੈਂਟ ਸੰਸਦ 'ਚੋਂ ਗੈਰ ਹਾਜ਼ਰ, ਓਟੂਲ ਨੇ ਕੁਝ ਦੱਸਣ ਤੋਂ ਕੀਤਾ ਇਨਕਾਰ। ਮੂਲ ਨਿਵਾਸੀ ਲੀਡਰਾਂ ਦਾ ਵੈਟੀਕਨ ਦੌਰਾ ਮੁਲਤਵੀ, ਕਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਲਿਆ ਫੈਸਲਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।